ਗੱਲ ਵਿੱਚ ਦਰਸ਼ਕਾਂ ਦਾ ਸਵਾਗਤ ਹੈ। ਪਿਆਰੇ ਦਰਸ਼ਕੋ, ਪ੍ਰੀਖਿਆ ਲਈ ਤਣਾਅ ਹੁੰਦਾ ਹੀ ਹੈ। ਉਹ ਮਾਪਿਆਂ ਨੂੰ ਵੀ ਹੁੰਦਾ ਹੈ ਤੇ ਅਧਿਆਪਕਾਂ ਨੂੰ ਵੀ ਹੁੰਦਾ ਹੈ ਤੇ ਪ੍ਰੀਖਿਆਰਥੀ ਨੂੰ ਵੀ ਹੁੰਦਾ ਹੈ। ਅੱਜ ਦਾ ਪ੍ਰੋਗਰਾਮ ਉਸ ਤਣਾਅ ਚੋਂ ਬਾਹਰ ਕਿਵੇਂ ਨਿਕਲਣਾ ਹੈ ਤੇ ਪ੍ਰਧਾਨ ਮੰਤਰੀ ਜੀ ਦੀ ਖਾਸ ਤੌਰ ਤੇ ਇੱਕ ਜਿਹੜੀ ਪ੍ਰੀਖਿਆ ਪੇ ਚਰਚਾ ਵਾਲਾ ਪ੍ਰੋਗਰਾਮ ਚੱਲ ਰਿਹਾ ਹੈ, ਉਸ ਤੇ ਆਧਾਰਿਤ ਹੈ ਅੱਜ ਦੀ ਗੱਲ ਦਾ ਪ੍ਰੋਗਰਾਮ। ਤਣਾਅ ਮੁਕਤ ਇਮਤਿਹਾਨਾਂ ਵਿੱਚ ਪ੍ਰੀਖਿਆ ਪੇ ਚਰਚਾ ਦਾ ਯੋਗਦਾਨ। ਤੇ ਸਾਡੇ ਕੋਲ ਸਿੱਖਿਆ ਮਾਹਿਰ ਮਹਿਮਾਨ ਸਾਡੇ ਨਾਲ ਨੇ, ਜਿਨ੍ਹਾਂ ਨੇ ਸਾਡੇ ਵਿਦਿਆਰਥੀਆਂ ਨੂੰ, ਸਾਡੇ ਅਧਿਆਪਕਾਂ ਨੂੰ ਤੇ ਮਾਪਿਆਂ ਨੂੰ ਪ੍ਰੀਖਿਆ ਦੀਆਂ ਚੁਣੌਤੀਆਂ ਚੋਂ ਕੱਢਣਾ ਹੈ ਤੇ ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਬਾਰੇ ਵੀ ਸਾਨੂੰ ਜਾਣਕਾਰੀ ਦੇਣੀ ਹੈ, ਜੋ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇੱਕ ਮਿਸ਼ਨ ਸ਼ੁਰੂ ਕੀਤਾ ਹੈ ਕਿ ਵਿਦਿਆਰਥੀਆਂ ਦਾ ਆਤਮ ਬਲ ਕਿਵੇਂ ਵਧਾਉਣਾ ਹੈ। ਤੇ ਸਾਡੇ ਨਾਲ ਜਿਹੜੇ ਮਾਹਿਰ ਮਹਿਮਾਨ ਨੇ, ਮੈਂ ਤਾਰਫ ਕਰਵਾ ਦੇਵਾਂ। ਮੇਰੇ ਬਿਲਕੁਲ ਨਾਲ ਬੈਠੇ ਨੇ ਡਾਕਟਰ ਸੋਨੀਆ ਮਾਗੋ ਜੀ, ਜਿਹੜੇ ਕਿ ਨੈਸ਼ਨਲ ਅਵਾਰਡੀ ਸਿੱਖਿਆ ਮਾਹਿਰ ਨੇ ਤੇ ਪ੍ਰਿੰਸੀਪਲ ਨੇ ਸਵਾਮੀ ਸੰਤ ਦਾਸ ਪਬਲਿਕ ਸਕੂਲ ਜਲੰਧਰ ਦੇ ਵਿੱਚ ਆਪਣੀਆਂ ਖੂਬਸੂਰਤੀ ਨਾਲ ਬਹੁਤ ਬਾਖੂਬੀ ਸੇਵਾਵਾਂ ਦੇ ਰਹੇ ਨੇ। ਸਾਡੇ ਨਾਲ ਦੂਜੇ ਮਾਹਿਰ ਮਹਿਮਾਨ ਨੇ ਡਾਕਟਰ SK ਗੌਤਮ, ਜਿਹੜੇ ਕਿ ਸਿੱਖਿਆ ਸ਼ਾਸਤਰੀ ਨੇ, ਪ੍ਰਿੰਸੀਪਲ ਨੇ ਦਇਆਨੰਦ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੇ ਵਿੱਚ, ਤੇ ਇਹ ਵੀ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ਲਈ ਪ੍ਰੀਖਿਆਰਥੀਆਂ ਨੂੰ ਕਿਵੇਂ ਪ੍ਰੀਖਿਆ 'ਚ ਬੈਠਣਾ ਹੈ, ਇਸ ਬਾਰੇ ਸਾਰੇ ਨੁਸਖੇ, ਸਾਰੇ ਨੁਕਤੇ ਸਾਨੂੰ ਦੱਸਣਗੇ। ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ, ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਪ੍ਰੀਖਿਆ ਪੇ ਚਰਚਾ ਬਾਰੇ ਜੋ ਵਿਚਾਰ ਹਨ, ਇਸ ਵੀਡੀਓ ਰਾਹੀਂ ਵੇਖਦੇ ਹਾਂ। तुम अपने पर भरोसा करो, अगल बगल में कौन क्या करता है छोड़ो। जितना ज्यादा अपने आप पर फोकस करोगे उतना ही ज्यादा आपका क्वेश्चन पेपर पर फोकस होगा। जितना ज्यादा क्वेश्चन पेपर पर फोकस होगा इतना ही आपके आंसर के एक एक शब्द पर हो जाएगा और अल्टीमेटली आपको परिणाम उचित मिल जाएगा। स्वस्थ शरीर स्वस्थ मन के लिए भी बहुत जरूरी है। फिटनेस के लिए एक्सरसाइज करना चाहिए। जैसे डेली टूथब्रश करते हैं ना, वैसे ही नो कॉम्प्रोमाइज एक्सरसाइज करनी चाहिए। मोबाइल जैसी चीज जो रोजमर्रा देखते हैं उसको भी चार्जिंग करना पड़ता है, नहीं करना पड़ता है? अरे जवाब तो दीजिए। रिचार्ज करना पड़ता है, नहीं करना पड़ता है? अगर मोबाइल को करना पड़ता है तो ये बॉडी को करना चाहिए, नहीं करना चाहिए? आपको एज ए स्टूडेंट अपना टाइम मैनेजमेंट का महत्व क्या होता है, और टाइम मैनेजमेंट ने 2 घंटे 4 घंटे 3 घंटे ये नहीं, माइक्रो मैनेजमेंट चाहिए। किस विषय को कितना टाइम देना है, किस काम को कितना टाइम देना है, और इतना बंधन भी नहीं डालने हैं कि बस 6 दिन तक ये करूंगा ही नहीं क्योंकि मुझे पढ़ना है। फिर तो आप थक जाओगे। आप ढंग से उसको डिस्ट्रीब्यूट कीजिए, समय को, जरूर आपको लाभ होगा। परीक्षा जीवन का एक सहज हिस्सा है। हमारी विकास यात्रा का छोटे छोटे पड़ाव है और उस पड़ाव से हमें गुजरना है। हम गुजर चुके हैं। एग्जाम देते 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 एक प्रकार से हम एग्जाम प्रूफ हो गए हैं। ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਵਿਦਿਆਰਥੀਆਂ ਦਾ, ਪ੍ਰੀਖਿਆਰਥੀਆਂ ਦਾ ਹੌਸਲਾ ਤੇ ਆਤਮ ਬਲ ਵਧਾਉਣ ਦੀ ਗੱਲ ਕੀਤੀ। ਤੇ ਡਾਕਟਰ ਸੋਨੀਆ ਮਾਗੋ, ਜਦੋਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਪ੍ਰੀਖਿਆ ਪੇ ਚਰਚਾ ਤੇ ਗੱਲਬਾਤ ਕਰ ਰਹੇ ਹਾਂ, ਤਾਂ ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਦਾ ਕੀ ਮਿਸ਼ਨ ਹੈ, ਕੀ ਇਸ ਦੀਆਂ ਯੋਜਨਾਵਾਂ ਨੇ, ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣ ਕਰਵਾਓ। ਜੀ, ਪ੍ਰੀਖਿਆ ਪੇ ਚਰਚਾ ਪ੍ਰਧਾਨ ਮੰਤਰੀ ਜੀ ਨੇ ਇੱਕ ਪ੍ਰੋਗਰਾਮ ਚਲਾਇਆ ਹੈ ਜਿਹਦੇ ਵਿੱਚ ਅੱਜ ਕੱਲ੍ਹ ਦੀਆਂ ਸਮੱਸਿਆਵਾਂ ਜੋ ਸਟੂਡੈਂਟਸ ਦੇ ਐਗਜ਼ਾਮਸ ਨਾਲ ਰਿਲੇਟਡ ਹੈ, ਉਹਨਾਂ ਨੂੰ ਦੇਖਦੇ ਹੋਏ ਇਹ ਸ਼ੁਰੂ ਕੀਤਾ ਗਿਆ ਹੈ। ਕਿਉਂਕਿ ਅੱਜ ਕੱਲ੍ਹ ਇਹ ਬਹੁਤ ਦੇਖਿਆ ਗਿਆ ਕਿ ਐਗਜ਼ਾਮਸ ਦੇ ਵਿੱਚ ਬੱਚੇ ਇੰਨੀ ਟੈਨਸ਼ਨ ਲੈ ਲੈਂਦੇ ਹੈ ਕਿ ਉਹਨਾਂ ਨੂੰ ਕੋਈ ਸੋਲੂਸ਼ਨ ਨਜ਼ਰ ਨਹੀਂ ਆਉਂਦਾ ਉਸ ਟਾਈਮ ਤੇ ਕਈ ਵਾਰੀ ਉਹ ਐਗਜ਼ਾਮਸ ਦੇ ਵਿੱਚ ਵੀ ਆਪਣੀ ਪੂਰੀ ਪਰਫਾਰਮੈਂਸ ਨਹੀਂ ਦੇ ਪਾਉਂਦੇ। ਇਹਦਾ ਰੀਜ਼ਨ ਸੋਸਾਈਟਲ ਪ੍ਰੈਸ਼ਰ, ਪੇਰੈਂਟਸ ਦੀ ਐਕਸਪੈਕਟੇਸ਼ਨਸ ਤੇ ਕੰਪੈਰੀਜ਼ਨ ਵਿਦ ਪੀਅਰਸ ਹੋ ਸਕਦਾ ਹੈ ਨਾ। ਤੇ ਪ੍ਰਧਾਨ ਮੰਤਰੀ ਜੀ ਨੇ ਨਾ ਸਿਰਫ ਸਟੂਡੈਂਟਸ ਲਈ ਬਲਕਿ ਟੀਚਰਸ ਤੇ ਪੇਰੈਂਟਸ ਨੂੰ ਵੀ ਇੱਕ ਪਲੇਟਫਾਰਮ ਦਿੱਤਾ ਹੈ, ਜਿੱਥੇ ਇੱਕ ਕਾਮਨ ਪਲੇਟਫਾਰਮ ਦੇ ਅੰਡਰ ਸਾਰਿਆਂ ਦੇ ਨਾਲ ਵਿਚਾਰ ਸਾਂਝੇ ਕੀਤੇ ਜਾ ਸਕਦੇ ਹੈ।
ਹੈ ਨਾ। ਤੇ ਅੱਜ ਕੱਲ ਤਾਂ 6th ਤੋਂ ਲੈ ਕੇ 12th ਤੱਕ ਦੇ ਬੱਚੇ ਉਹ ਇਹਦੇ ਵਿੱਚ ਪਾਰਟਿਸਿਪੇਟ ਆਲਰੇਡੀ ਉਹਨਾਂ ਨੇ ਰਜਿਸਟਰ ਕਰਵਾ ਲਿਆ ਹੈ ਤੇ ਨੰਬਰ ਹਰ ਸਾਲ ਵੱਧਦਾ ਜਾ ਰਿਹਾ ਹੈ। ਇਸ ਵਾਰੀ 3.25 ਕਰੋੜ ਦੇ ਆਸ-ਪਾਸ ਬੱਚਿਆਂ ਨੇ ਰਜਿਸਟਰ ਕਰਾਇਆ, 20 ਲੱਖ ਦੇ ਆਸ-ਪਾਸ ਟੀਚਰਸ ਤੇ 5.5 ਲੱਖ ਦੇ ਆਸ-ਪਾਸ ਪੇਰੈਂਟਸ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜੋ ਇੱਕ ਬਹੁਤ ਹੀ ਵਧੀਆ ਨੰਬਰ ਹੈ। ਤੇ ਇਹਦੇ ਵਿੱਚ 2500 ਬੱਚੇ ਸਿਲੈਕਟ ਕੀਤੇ ਜਾਣਗੇ ਜੋ 10 ਫਰਵਰੀ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈਣਗੇ, ਜੋ ਕਿ ਭਾਰਤ ਮੰਡਪਮ ਨਿਊ ਦਿੱਲੀ ਵਿੱਚ ਹੋਏਗਾ। ਬਿਲਕੁਲ, ਇਹ 8ਵਾਂ ਐਡੀਸ਼ਨ ਹੈ ਜਿਹੜਾ ਕਿ ਪ੍ਰਧਾਨ ਮੰਤਰੀ ਜੀ ਇਸ ਵਾਰੀ ਪ੍ਰੀਖਿਆ ਪੇ ਚਰਚਾ ਤੇ ਵਿਦਿਆਰਥੀਆਂ ਦਾ ਮਨੋਬਲ ਵਧਾ ਰਹੇ ਨੇ। ਡਾਕਟਰ ਗੌਤਮ, ਜਦੋਂ ਅਸੀਂ ਗੱਲ ਕਰਦੇ ਵਿਦਿਆਰਥੀਆਂ ਦੇ ਮਨੋਬਲ ਦੀ, ਤਾਂ ਉਹਦੇ ਵਿੱਚ ਸਭ ਤੋਂ ਵੱਧ ਜਿਹੜਾ ਯੋਗਦਾਨ ਹੈ ਪ੍ਰਧਾਨ ਮੰਤਰੀ ਜੀ ਨੇ ਪ੍ਰੋਗਰਾਮ ਦੇਤਾ, ਉਹਨਾਂ ਨੇ ਮੋਟੀਵੇਟ ਵੀ ਕਰ ਦਿੱਤਾ। ਹੁਣ ਮਾਪਿਆਂ ਦਾ ਕੀ ਰੋਲ ਆ ਕਿ ਉਹ ਕਿਸ ਤਰ੍ਹਾਂ ਬੱਚੇ ਨੂੰ ਪ੍ਰੀਖਿਆ ਵਾਸਤੇ ਤਿਆਰ ਕਰਨ, ਉਸ ਨੂੰ ਤਣਾਅ ਰਹਿਤ ਕਰਨ? जैसा मैम ने बताया, बच्चों का मनोबल बढ़ाने में माँ बाप का बहुत बड़ा योगदान है। बच्चे 6 से 7 घंटे विद्यालय में रहते हैं, बाकी समय अपने पेरेंट्स के साथ गुजारते हैं। बिल्कुल, पेरेंट्स का कर्तव्य है कि वो बच्चों को कंपेयर ना करें, जो अपनी एक्सपेक्टेशंस हैं उस पर एक नियंत्रण रखें। अनरियलिस्टिक एक्सपेक्टेशंस तनाव को जन्म देते हैं, और बच्चों को ये सिखाएं कि जो हमारी परीक्षाएं हैं वो हमारे जीवन का एक अभिन्न अंग है। परीक्षा को एक तनाव के रूप में ना लेकर के एक उत्सव के रूप में, एक त्योहार के रूप में सेलिब्रेट करने की ज़रूरत है। हर एक विद्यार्थी को एक एग्जाम वॉरियर के रूप में देखा जाए और वो चिंता ना करके बल्कि एक योद्धा बने, ताकि अपने जीवन के सारे चैलेंजेस को पार करते हुए अपने ऑब्जेक्टिव तक, अपने गोल तक, अपने लक्ष्य तक पहुँचें। पेरेंट्स का कर्तव्य है कि अपने बच्चों की स्ट्रॉन्ग बातों को और कमजोरियों को अच्छी तरह समझें और बच्चों को इस तरह गाइड करें ताकि वे अपने जीवन में इस तरह की आने वाले सारे चैलेंजेस को, सारे चुनौतियों को बड़े आराम से पार करते हुए अपने लक्ष्य को प्राप्त कर सकें। ਬੱਚਿਆਂ ਨੂੰ ਪੂਰੀ ਤਰ੍ਹਾਂ ਸਪੋਰਟ ਕੀਤਾ ਜਾਵੇ, ਉਹਨਾਂ ਦੀ ਮੋਰਲ ਜਿਹੜੀ ਹੈਗੀ ਨਾ ਸ਼ਕਤੀ ਉਹਨੂੰ ਵਧਾਈ ਜਾਵੇ। ਡਾਕਟਰ ਸੋਨੀਆ, ਜਦੋਂ ਬੱਚਿਆਂ ਦੇ ਲਈ ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਜੀ ਨੇ ਪ੍ਰੀਖਿਆ ਪੇ ਚਰਚਾ, ਖਾਸ ਕਰਕੇ ਜਿਹੜੇ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਆ ਉਹਨਾਂ ਵਾਸਤੇ ਇਸ ਪ੍ਰੋਗਰਾਮ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਇਸ ਪ੍ਰੋਗਰਾਮ ਦਾ ਭਾਗ ਬਣਨ ਲਈ, ਪਾਰਟ ਬਣਨ ਵਾਸਤੇ ਕੀ ਪ੍ਰੋਸੀਜਰ ਸੀ ਜਿਹੜਾ ਨਿਕਲ ਚੁੱਕਾ? ਵੈਸੇ ਤਾਂ ਰਜਿਸਟ੍ਰੇਸ਼ਨ ਦਾ ਸਮਾਂ, ਜੇ ਅੱਗੇ ਤੋਂ ਕਿਸੇ ਵਿਦਿਆਰਥੀ ਨੇ ਅਗਲੇ ਸਾਲ ਲਈ ਕਰਨਾ ਹੋਵੇ ਤੇ ਉਹ ਕਦੋਂ ਸ਼ੁਰੂ ਹੁੰਦਾ ਤੇ ਕਦੋਂ ਤੱਕ ਰਜਿਸਟ੍ਰੇਸ਼ਨ ਪੀਰੀਅਡ ਚੱਲਦਾ ਹੈ? ਜੀ 14 ਦਸੰਬਰ ਤੋਂ 14 ਜਨਵਰੀ ਇਸ ਵਾਰੀ ਪੀਰੀਅਡ ਸੀ ਤੇ ਇਹਦੇ ਵਿੱਚ ਇੱਕ MCQ ਕੁਇਜ਼ ਸੀ ਆਨਲਾਈਨ, ਜਿਹਦੇ ਵਿੱਚ ਜਿਹੜੇ ਬੱਚੇ ਸਿਲੈਕਟ ਹੋਣਗੇ ਉਹ ਪਾਰਟਿਸਿਪੇਟ ਵੀ ਕਰਨਗੇ ਤੇ ਉਹਨਾਂ ਨੂੰ PPC ਕਿੱਟ ਵੀ ਦਿੱਤੀ ਜਾਏਗੀ। ਠੀਕ ਹੈ। ਇੱਕ ਹੋਰ ਆਪਸ਼ਨ ਹੈ ਐਗਜ਼ਾਮ ਵਾਰੀਅਰ, ਜੋ ਕਿ ਪ੍ਰਧਾਨ ਮੰਤਰੀ ਜੀ ਦੀ ਬੁੱਕ ਦੇ ਉੱਤੇ ਹੀ ਬੇਸਡ ਹੈ। ਇਹਦੇ ਵਿੱਚ ਬੱਚੇ ਆਪਣੇ ਐਗਜ਼ਾਮ ਮੰਤਰਾਜ਼ ਸ਼ੇਅਰ ਕਰਨਗੇ ਕਿ ਉਹ ਪੜਨ ਵੇਲੇ ਕਿੱਦਾਂ ਤਿਆਰੀ ਕਰਦੇ ਤਾਂ ਕਿ ਦੂਸਰੇ ਬੱਚਿਆਂ ਨੂੰ ਵੀ ਉਹਦਾ ਆਈਡੀਆ ਹੋ ਸਕੇ, ਉਹ ਵੀ ਉਸੇ ਤਰ੍ਹਾਂ ਤਿਆਰੀ ਕਰਨ। ਤੇ ਤੀਸਰੀ ਚੀਜ਼ ਹੈ कि वो अपना क्वेश्चन भी पूछ सकते हैं, प्रधानमंत्री जी को अपना मन चाहा क्वेश्चन भी पूछ सकते हैं। ठीक है। और वो जो क्वेश्चन पूछना है प्रधानमंत्री जी तो कि वो कुछ बच्चे चुनिंदा पूछ सकते हैं ਜਾਂ ਉਹਦੇ ਵਾਸਤੇ ਕੋਈ ਖਾਸ ਕੁਐਸਚਨੇਅਰ ਵਗੈਰਾ ਬੱਚਿਆਂ ਨੂੰ ਕਿਸ ਤਰ੍ਹਾਂ ਉਹ ਪੁੱਛ ਸਕਦੇ, ਕਿਹੜੇ ਸਵਾਲ ਪੁੱਛ ਸਕਦੇ? ਜੀ, ਇਸ ਵਾਰੀ ਦਾ ਥੀਮ ਜਿੱਦਾਂ ਕਿ ਹੈ ਐਮਬ੍ਰੇਸਿੰਗ ਲਰਨਿੰਗ ਐਂਡ ਐਮਪਾਵਰਿੰਗ ਲਾਈਵਸ, ਤੇ ਬੱਚੇ ਇਦਾਂ ਦੇ ਕੁਐਸਚਨ ਪੁੱਛ ਸਕਦੇ ਹੈ ਕਿ ਪੇਰੈਂਟਸ ਦੀਆਂ ਐਕਸਪੈਕਟੇਸ਼ਨਸ ਕੁਝ ਹੋਰ ਹੈ ਪਰ ਉਹਨਾਂ ਦਾ ਆਪਣਾ ਇੰਟਰਸਟ ਕੁਝ ਹੋਰ ਹੈ, ਤੇ ਉਹ ਕਿੱਦਾਂ ਉਹਨਾਂ ਨੂੰ ਬਿਨਾ ਡਿਸਅਪੁਆਇੰਟ ਕੀਤੇ, ਬਿਨਾ ਆਪਣੇ ਇੰਟਰਸਟ ਨੂੰ ਦੇਖਦੇ ਹੋਏ ਕਿੱਦਾਂ ਸਟਰੀਮ ਚੂਜ਼ ਕਰਨ। ਇੱਕ ਤਾਂ ਇਹ ਕੁਐਸਚਨ ਪੁੱਛਣਗੇ। ਦੂਸਰਾ, ਉਹ ਕਈ ਵਾਰੀ ਬੈਲੈਂਸ ਨਹੀਂ ਮੇਨਟੇਨ ਕਰ ਪਾਉਂਦੇ ਬਿਟਵੀਨ ਟਿਊਸ਼ਨਸ, ਸਕੂਲ ਐਂਡ ਹੋਮ ਤੇ ਆਪਣੇ ਪਰਸਨਲ ਇੰਟਰਸਟ, ਸੈਲਫ ਸਟੱਡੀ ਲਈ ਵੀ ਟਾਈਮ ਚਾਹੀਦਾ, ਉਹ ਇਹਨਾਂ ਸਾਰਿਆਂ 'ਚ ਬੈਲੈਂਸ ਕਿੱਦਾਂ ਕਰਨ, ਇਹ ਵੀ ਕੁਐਸਚਨ ਪੁੱਛਣਗੇ। ਇੱਕ ਕੁਐਸਚਨ ਇਹ ਵੀ ਪੁੱਛ ਸਕਦੇ ਹੈ ਕਿ ਇੰਨਾ ਕੁਝ ਕਰਨ ਦੇ ਬਾਅਦ ਵੀ ਕਈ ਵਾਰੀ ਉਹ ਪਾਸ ਹੋਣ ਦਾ ਉਹਨਾਂ ਦਾ ਮਤਲਬ ਮੁਸ਼ਕਿਲ ਹੋ ਜਾਂਦਾ ਪਾਸ ਹੋਣਾ, ਤੇ ਉਹਨਾਂ ਨੂੰ ਫੇਲ ਹੋਣ ਤੋਂ ਡਰ ਲੱਗਦਾ, ਫਿਰ ਉਹਨੂੰ ਕਿਸ ਤਰ੍ਹਾਂ ਟੈਕਲ ਕਰਨ। ਫਿਰ ਕਈ ਵਾਰੀ ਉਹਨਾਂ ਦੇ ਮਨ 'ਚ ਇੱਦਾਂ ਦੇ ਵਿਚਾਰ ਆਉਂਦੇ ਕਿ ਸੁਸਾਈਡ ਕਰ ਲਈਏ ਜਾਂ ਕੋਈ ਇੱਦਾਂ ਦਾ ਸਟੈਪ ਚੁੱਕ ਲਈਏ, ਜਿਹੜਾ ਕਿ ਬਿਲਕੁਲ ਵੀ ਬੱਚਿਆਂ ਨੂੰ ਨਹੀਂ ਕਰਨਾ ਚਾਹੀਦਾ। ਉਹਨਾਂ ਦੀ ਮੈਂਟਲ ਹੈਲਥ ਜੋ ਹੈ ਉਹ ਅਫੈਕਟ ਹੋ ਰਹੀ ਹੈ। ਤੇ ਇੱਕ ਲਾਸਟ ਕੁਐਸਚਨ ਇਹ ਵੀ ਪੁੱਛ ਸਕਦੇ ਹੈ ਕਿ ਲੌਂਗ ਆਵਰਸ ਆਫ ਸਟੱਡੀ ਤੇ ਇੰਨੇ ਆਨਲਾਈਨ ਸਕਰੀਨ ਟਾਈਮ ਦੇ ਨਾਲ ਉਹਨਾਂ ਦੀ ਹੈਲਥ ਜਿਹੜੀ ਹੈ ਉਹਦੇ ਉੱਤੇ ਵੀ ਚੈਲੰਜ ਆ ਜਾਂਦਾ, ਤੇ ਉਹਨੂੰ ਕਿੱਦਾਂ ਮੇਨਟੇਨ ਕਰਨ ਨਾਲ ਐਗਜ਼ਾਮਸ ਦੇ ਡਿਊਰਿੰਗ। ਮਤਲਬ ਇਹ ਸਾਰੇ ਚਿੰਤਨ ਦਾ ਵਿਸ਼ਾ ਨੇ, ਸਾਰੇ ਸਵਾਲ ਸਾਰੇ ਵਿਦਿਆਰਥੀ ਵਾਸਤੇ।
ਤੇ ਡਾਕਟਰ ਗੌਤਮ, ਅਸੀਂ ਜੇ ਆਪਸ 'ਚ ਇਸ ਵਿਸ਼ੇ ਤੇ ਜਿੱਦਾਂ ਗੱਲ ਕਰੀਏ ਤਾਂ ਪੇਰੈਂਟਸ ਦਾ ਰੋਲ ਤਾਂ ਹੋ ਗਿਆ, ਉਸ ਤੋਂ ਬਾਅਦ ਅਸੀਂ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦੀ ਕਲਾਸਰੂਮ ਦੇ ਵਿੱਚ ਅਧਿਆਪਕ ਵੱਲੋਂ ਕੀ ਇੰਸਟਰਕਸ਼ਨ ਹੋਣ, ਹਦਾਇਤਾਂ ਹੋਣ कि वो थोड़ा तनाव रहित होकर परीक्षा की तैयारी करे। यस, बच्चों को तनाव रहित करने में टीचर्स का एक बहुत बड़ा अहम रोल है। टीचर्स का कर्तव्य है कि पहले से ही, सेशन के बिगिनिंग से ही टीचर्स को ये पता हो कि ये बच्चा स्लो लर्नर है और ये ब्राइट वंस हैं। ऐसे बच्चों को पहले से ही टीचर्स इस तरह गाइड करें ताकि वो उन चैप्टर्स पर ज़्यादा फोकस करें, ताकि स्लो लर्नर्स बच्चे, जो बच्चे थोड़ा पढ़ाई में उतने ब्राइट नहीं हैं, वो आराम से परीक्षा पास हो जाएं। दूसरी बहुत ही महत्वपूर्ण बात यह है कि टीचर्स विषय वस्तु को उन बच्चों को स्टोरी टेलिंग के फॉर्म में या ड्रामेटिक फॉर्म में, फ्लैश कार्ड्स यूज करके, गेम्स के फॉर्म में इस तरह पेश करें ताकि कमज़ोर से कमज़ोर बच्चे उस विषय वस्तु को बड़े आनंदमय तरीके से लर्न कर सकें और बहुत अच्छे मार्क्स लेकर के पास हो सकें। दूसरी बात यह है कि क्लासरूम में बार बार शिक्षकों का ये कर्तव्य बनता है कि बच्चों को ये सिखाएं कि केवल मार्क्स, अच्छे से अच्छे मार्क्स लेना ही जीवन का लक्ष्य नहीं है। हर एक बच्चे में कोई ना कोई टैलेंट अंतर्निहित है और उस टैलेंट को सेलिब्रेट करना, उस टैलेंट को बाहर निकालना ही टीचर्स का सबसे पहला कर्तव्य है। हर एक बच्चा भगवान की दी हुई एक अनूठी प्रतिभा लेकर के संसार में आया है और हमारा अभिभावकों का, माँ प्यो का और टीचर्स का, सोसाइटी का, सबका ये कर्तव्य है कि हम बच्चों को केवल मार्क्स के लिए प्रेशराइज ना करें, दबाव ना डालें, बल्कि उस ओर ले जाएं जिसमें उसका इंटरेस्ट है, जो उसका स्ट्रॉन्ग पॉइंट है, उसको सेलिब्रेट करें ताकि बच्चा आगे जाकर के एक बहुत अच्छी हस्ती बन करके उभर सके। मतलब उसਨੂੰ ਉਤਸ਼ਾਹਿਤ ਕੀਤਾ ਜਾਏ ਕਲਾਸਰੂਮ ਦੇ ਵਿੱਚ ਕਿ ਉਹਦੇ ਅੰਦਰ ਜਿਹੜਾ ਪ੍ਰੀਖਿਆ ਦਾ ਡਰ ਹੈ ਨਾ, ਉਹ ਡਰ ਨਾ ਰਹੇ, ਉਹ ਪ੍ਰੀਖਿਆ ਨੂੰ ਇੱਕ ਮੌਕਾ ਸਮਝੇ ਕਿ ਇੱਕ ਮੌਕਾ ਹੈ ਜਿਸ ਦੇ ਵਿੱਚ ਮੈਂ ਆਪਣੀ ਪ੍ਰਤਿਭਾ ਜਿਹੜੀ ਆ ਉਹ ਦਿਖਾਣੀ ਹੈ। ਡਾਕਟਰ ਸੋਨੀਆ, ਪ੍ਰਧਾਨ ਮੰਤਰੀ ਜੀ ਨੇ ਪ੍ਰੀਖਿਆ ਪੇ ਚਰਚਾ ਦਾ ਜੋ ਸਾਨੂੰ ਪ੍ਰੋਗਰਾਮ ਦਿੱਤਾ ਹੈ, ਉਹਦੇ ਵਿੱਚ ਵਿਦਿਆਰਥੀਆਂ ਨੂੰ ਕੀ ਲਾਭ ਹੋ ਸਕਦਾ? ਮਤਲਬ ਪ੍ਰਸ਼ਨ ਨੂੰ ਪੁੱਛ ਲਏ ਉਹਨਾਂ ਨੇ, ਪ੍ਰਧਾਨ ਮੰਤਰੀ ਜੀ ਨੇ ਸੰਬੋਧਨ ਕਰ ਦਿੱਤਾ, ਬੱਚਿਆਂ ਨੇ, ਵਿਦਿਆਰਥੀਆਂ ਨੇ ਸੁਣ ਲਿਆ, ਹੁਣ ਉਸ ਨੂੰ ਸੁਣਨ ਤੋਂ ਬਾਅਦ ਜੀਵਨ 'ਚ ਲਾਗੂ ਕਰਨ ਵੇਲੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਨੇ ਜਾਂ ਕਿਸ ਤਰ੍ਹਾਂ ਦੀਆਂ ਕੀ ਲਾਭ ਹੋਣ ਵਾਲਾ ਹੈ? ਜੀ, ਇੱਕ ਤਾਂ ਪ੍ਰਧਾਨ ਮੰਤਰੀ ਜੀ ਦਾ ਤਰੀਕਾ ਬਹੁਤ ਅੱਛਾ ਹੈ ਬੱਚਿਆਂ ਦੇ ਨਾਲ ਇੰਟਰੈਕਟ ਕਰਨ ਦਾ। ਉਹ ਉਹਨਾਂ ਦੀ ਬਿਲਕੁਲ ਡੇ ਟੂ ਡੇ ਜਿਹੜੀ ਪ੍ਰੋਬਲਮ ਫੇਸ ਕਰ ਰਹੇ ਉਹਨੂੰ ਉਸ ਤਰੀਕੇ ਨਾਲ ਪੁੱਛ ਰਹੇ ਹੈ ਕਿ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ। ਬੱਚੇ ਕਹਿ ਰਹੇ ਹੈ ਕਿ ਕੰਪੀਟੀਸ਼ਨ ਬਹੁਤ ਹੈ, ਤਾਂ ਉਹ ਜਵਾਬ ਦਿੰਦੇ ਕਿ ਚੋਇਸ ਵੀ ਤਾਂ ਉਨੀ ਜ਼ਿਆਦਾ ਹੈ, ਪਹਿਲੇ ਇੰਨੀ ਚੋਇਸ ਨਹੀਂ ਹੁੰਦੀ ਸੀ, ਤੁਹਾਨੂੰ ਉਸ ਦਾ ਵੀ ਬੈਨੀਫਿਟ ਹੈ। ਬਟ ਇੱਕ ਵਾਰੀ ਤੁਸੀਂ ਪਾਈਪਲਾਈਨ ਦੇ ਅੰਡਰ ਵਿੱਚ ਐਂਟਰ ਕਰ ਗਏ ਤਾਂ ਤੁਹਾਨੂੰ ਦੂਸਰੇ ਐਂਡ ਚੋਂ ਹੀ ਬਾਹਰ ਨਿਕਲ ਸਕਦੇ ਹੋ, ਤੇ ਤੁਸੀਂ ਉਹਨੂੰ ਸਕਸੈਸਫੁਲੀ ਕਰਨਾ ਹੈ। तो जो ਗੱਲਾਂ ਉਹ ਦੱਸ ਰਹੇ ਹੈ, ਉਹਨਾਂ ਦੇ ਬੇਸਿਕ ਕੁਐਸਚਨਸ ਪੁੱਛ ਰਹੇ, ਪੇਰੈਂਟਸ ਨੂੰ ਵੀ ਪੁੱਛ ਰਹੇ, ਟੀਚਰਸ ਨੂੰ ਵੀ ਪੁੱਛ ਰਹੇ, ਤੇ ਉਹ ਉਹਨਾਂ ਨੂੰ ਆਪਣੀ ਲਾਈਫ 'ਚ ਇੰਪਲੀਮੈਂਟ ਕਰਨਗੇ ਕਿਉਂਕਿ ਉਹ ਬਹੁਤ ਪ੍ਰੈਕਟੀਕਲ ਤਰੀਕੇ ਹੈ, ਤੇ ਉਹਨਾਂ ਨੂੰ ਬੜੀ ਈਜ਼ੀਲੀ ਆਪਣੀ ਲਾਈਫ 'ਚੋਂ ਕਰ ਸਕਦੇ। ਮਤਲਬ ਟੈਨਸ਼ਨ ਨੂੰ ਦੂਰ ਕਰਨ ਲਈ ਥੋੜੀ ਫਿਜ਼ੀਕਲ ਐਕਸਰਸਾਈਜ਼, ਥੋੜੀ ਮੈਡੀਟੇਸ਼ਨ ਜਿੱਦਾਂ ਸੁਜੈਸਟ ਕੀਤੀ ਜਾ ਰਹੀ ਹੈ। ਪੇਰੈਂਟਸ ਉਹਨਾਂ ਨੂੰ ਥੋੜਾ 10 ਮਿੰਟ ਬਾਹਰ ਵਾਕ ਤੇ ਲੈ ਕੇ ਚਲੇ ਜਾਣ ਤੋਂ ਉਹਨਾਂ ਦਾ ਮਾਈਂਡ ਰਿਫਰੈਸ਼ ਹੋ ਜਾਏਗਾ, ਹੈ ਨਾ। ਹੋਰ ਟੀਚਰਸ ਵੀ ਆਪਣੀ ਟ੍ਰੇਨਿੰਗ ਵੀ ਟੀਚਰਸ ਦੀ ਹੋ ਰਹੀ ਹੈ, NEP ਦਾ ਪ੍ਰੋਵੀਜ਼ਨ ਹੋ ਰਿਹਾ ਜਿੱਦਾਂ, ਤੇ ਉਹਦੇ ਵਿੱਚ ਟੀਚਰਸ ਨੂੰ ਵੀ ਟ੍ਰੇਨ ਕੀਤਾ ਜਾ ਰਿਹਾ ਕਿ ਇਸ ਸਿਚੁਏਸ਼ਨ 'ਚ ਬੱਚਿਆਂ ਨੂੰ ਕਿੱਦਾਂ ਅਸੀਂ ਹੈਂਡਲ ਕਰੀਏ, ਹੈ ਨਾ। ਤੇ ਟੀਚਰਸ ਨੂੰ ਟ੍ਰੇਨ ਕਰ ਰਹੇ, ਟੀਚਰਸ ਨਵੇਂ ਟੀਚਿੰਗ ਮੈਥਡਸ ਯੂਜ਼ ਕਰ ਰਹੇ ਹੈ, ਗੇਮੀਫਿਕੇਸ਼ਨ, ਸਟੋਰੀ ਟੈਲਿੰਗ ਜਿੱਦਾਂ ਸਰ ਨੇ ਦੱਸਿਆ, ਹੈ ਨਾ। ਉਹਨਾਂ ਨੂੰ ਐਕਸਪੀਰੀਐਂਸ਼ੀਅਲ ਲਰਨਿੰਗ ਕਰ ਰਹੇ। ਇੱਕ ਸਕਿੱਲ ਐਜੂਕੇਸ਼ਨ, ਉਹਦਾ ਬਹੁਤ ਵੱਡਾ ਰੋਲ ਹੈ ਕਿ ਸਕਿੱਲਸ ਦਾ ਬੱਚਿਆਂ ਨੂੰ ਹੁਣੀ ਆਈਡੀਆ ਹੋ ਰਿਹਾ ਹੈ, ਜਿਹੜੇ ਸਬਜੈਕਟ 'ਚ ਉਹਨਾਂ ਨੂੰ ਇੰਟਰਸਟ ਹੈ ਉਹ ਸਕਿੱਲ ਸਬਜੈਕਟ ਲੈ ਕੇ ਦੇਖ ਸਕਦੇ 6th ਤੋਂ ਹੀ, ਠੀਕ ਹੈ। ਤੇ ਇਸ ਤਰ੍ਹਾਂ ਉਹਨਾਂ ਨੂੰ ਪਤਾ ਚੱਲ ਜਾਏਗਾ ਜਿਹੜਾ ਕਰੀਅਰ ਉਹ ਆਪਣੇ ਲਈ ਸੋਚ ਰਹੇ ਹੈ ਉਹਨਾਂ ਲਈ ਠੀਕ ਹੈ ਕਿ ਨਹੀਂ ਹੈ। ਬਿਲਕੁਲ। ਡਾਕਟਰ ਗੌਤਮ, ਬੱਚਿਆਂ ਦੇ ਜਦੋਂ ਨਤੀਜੇ ਆਉਂਦੇ ਆ, ਰਿਜ਼ਲਟ ਆਉਂਦੇ ਆ, ਉਸ ਵੇਲੇ ਇੱਕ ਵੱਡੀ ਚੁਣੌਤੀ ਹੁੰਦੀ ਹੈ ਕਿ ਉਹਨਾਂ ਦਾ ਮਾਪੇ ਕਈ ਵਾਰੀ ਉਸ ਰਿਜ਼ਲਟ ਤੋਂ ਨਿਰਾਸ਼ ਤੇ ਹਤਾਸ਼ ਹੋ ਜਾਂਦੇ ਤੇ ਬੱਚਿਆਂ ਨੂੰ ਵੀ ਕਰ ਦਿੰਦੇ ਨਿਰਾਸ਼। ਉਹ ਸਿਚੁਏਸ਼ਨ 'ਚ ਕਿਵੇਂ ਅਸੀਂ ਆਪਣੇ ਬੱਚੇ ਨੂੰ ਸਮਝਾਉਣਾ ਆ, ਉਹਦੇ ਨਾਲ ਕਿਸ ਤਰ੍ਹਾਂ ਸਾਡਾ ਤਾਲਮੇਲ ਹੋਣਾ ਚਾਹੀਦਾ? माननीय प्रधानमंत्री जी का ये एक अनूठा उपराला है जिसमें बड़े ही सही ढंग से प्रधानमंत्री जी पेरेंट्स के साथ में भी, माँ बाप के साथ में भी इंटरेक्ट करते हैं। ठीक है। इस मामले में मुझे ऐसा लगता है कि हमें बच्चों से ज़्यादा पेरेंट्स को समझाने की ज़रूरत है। पेरेंट्स अपने बच्चों के सामने अनड्यू एक्सपेक्टेशंस ना रखें, बच्चों की स्ट्रेंथ और वीकनेसेस को समझें, बच्चों की रुचि के अनुसार उनको सब्जेक्ट पढ़ने के लिए प्रेरित करें,
बच्चों के साथ बड़ा सौहार्द, बड़ा प्रेम भरा वातावरण बना करके चलें। बच्चों को ये समझाएं कि अगर परीक्षा में फेल भी होते हैं तो ये कोई पाप नहीं है, बहुत बड़ा नुकसान नहीं है, दोबारा अपीयर हो सकते हैं, सब्जेक्ट चेंज किए जा सकते हैं। जैसा मैम ने बताया, नवी शिक्षा प्रणाली में एक बड़ा वाइडर स्कोप है, बड़ा फ्लेक्सिबल सा इन्वॉल्वमेंट है कि बच्चे किसी भी तरह का सब्जेक्ट कॉम्बिनेशन ले सकते हैं। और सबसे बड़ी जरूरी बात है कि हम बच्चे को उस सब्जेक्ट को पढ़ने के लिए प्रेरित करें जो उसके रुचि के, अभिरुचि के अनुरूप है, तो वो बच्चा इंटरेस्ट लेके पढ़ेगा और फेल भी नहीं होगा। दूसरी बात, माँ पे ने कभी भी बच्चों की तुलना नहीं करनी है, कंपैरिजन नहीं करना है। घर में एक पॉजिटिव सा वातावरण बनाना है, बच्चे को प्रॉपर स्लीप, प्रॉपर एक्सरसाइज, प्रॉपर मेडिटेशन की तरफ ले जाना है, ताकि बच्चे इस तरह के चैलेंजेस को अपने जीवन का पार्ट समझते हुए आगे बढ़ जाएं। वो उससे डरें नहीं, उसके लिए पहले से ही तैयार हैं कि ठीक है, अगर फेल भी हो जाते हैं तो इसमें बहुत ज्यादा घबराने की जरूरत नहीं है। फेल होना भी लाइफ का एक हिस्सा है, वो भी हमें कुछ सिखा के जाता है। मतलब हार भी स्वीकार करनी हर एक चुनौती हमें एक अपनी अपॉर्चुनिटी में बदल देनी है। इस तरह का अगर माहौल घर में बनाएंगे तो बच्चे जरूर शायद उस हताशा से, उस निराशा से, दबाव से, तनाव से बच जाएंगे। बिल्कुल जी डॉक्टर सोनी, जिवें डॉक्टर गौतम ने गल की कि ਅਸੀਂ ਮੈਡੀਟੇਸ਼ਨ ਜਾਂ ਟਾਈਮ ਮੈਨੇਜਮੈਂਟ ਦੀ ਗੱਲ ਕਰੀਏ ਤੇ ਟਾਈਮ ਮੈਨੇਜਮੈਂਟ ਦੇ ਵਿੱਚ ਪ੍ਰੀਖਿਆ ਦੇ ਦੌਰਾਨ ਟਾਈਮ ਮੈਨੇਜਮੈਂਟ, ਪ੍ਰੀਖਿਆ ਤੋਂ ਪਹਿਲਾਂ ਦਾ ਟਾਈਮ ਮੈਨੇਜਮੈਂਟ ਉਹ ਕਿਸ ਤਰ੍ਹਾਂ ਦਾ ਹੋਵੇ ਕਿ ਵਿਦਿਆਰਥੀ ਦੀ ਪੜ੍ਹਨ 'ਚ ਵੀ ਰੁਚੀ ਬਣੇ ਰਹੇ ਤੇ ਉਹਨੂੰ ਐਗਜ਼ਾਮ ਦੇਣਾ ਵੀ ਮੁਸ਼ਕਲ ਨਾ ਲੱਗੇ। ਜੀ, ਪਹਿਲੇ ਤਾਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਟਾਈਮ ਟੇਬਲ ਬਣਾ ਕੇ ਪੜ੍ਹਨਾ ਚਾਹੀਦਾ ਹੈ। ਬੱਚੇ ਟਾਈਮ ਟੇਬਲ ਬਣਾ ਲੈਂਦੇ ਆ ਪਰ ਉਹਨੂੰ ਕਦੀ ਫੋਲੋ ਨਹੀਂ ਕਰਦੇ। ਉਹਨੂੰ ਪੂਰੀ ਤਰ੍ਹਾਂ ਫੋਲੋ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਉਹੀ ਟੌਪਿਕ ਰਿਵਾਈਜ਼ ਕਰਨੇ ਚਾਹੀਦੇ ਆ ਜਿਹੜੇ ਟੀਚਰਸ ਨੇ ਗਾਈਡ ਕੀਤੇ। ਮਿਨੀਮਲ ਲਰਨਿੰਗ ਮਟੀਰੀਅਲ ਟੀਚਰਸ ਉਹਨਾਂ ਨੂੰ ਦਿੰਦੇ ਆ ਤੇ ਜਿਹੜੇ ਬੱਚਿਆਂ ਨੂੰ ਫੇਲ ਹੋਣ ਤੋਂ ਡਰ ਲੱਗਦਾ ਉਹਨੂੰ ਲਿਖ ਕੇ ਦੇਖਣ, ਰਿਟਨ ਪ੍ਰੈਕਟਿਸ ਕਰਨ। ਅਗਰ ਇੱਕ ਵਾਰੀ ਲਿਖ ਕੇ ਨਹੀਂ ਹੁੰਦਾ ਤਾਂ 2 ਵਾਰੀ ਲਿਖਣ। ਮਤਲਬ ਸੋਲੂਸ਼ਨ ਤਾਂ ਅਸੀਂ ਹੀ ਫਾਈਂਡ ਕਰਨਾ ਨਾ, ਤੇ ਇਸ ਕਰਕੇ ਬੱਚਿਆਂ ਨੂੰ ਬਿਲਕੁਲ ਸਟ੍ਰੈਸ ਫਰੀ ਹੋ ਕੇ ਕਾਮ ਮਾਈਂਡ ਦੇ ਨਾਲ ਤਿਆਰੀ ਵੀ ਕਰਨੀ ਚਾਹੀਦੀ ਹੈ। ਬਿਫੋਰ ਐਗਜ਼ਾਮ ਤੇ ਆਫਟਰ ਐਗਜ਼ਾਮ ਵੀ ਉਸੇ ਤਰ੍ਹਾਂ ਉਹਨਾਂ ਨੂੰ ਕਾਮ ਮਾਈਂਡ ਰੱਖਣਾ ਚਾਹੀਦਾ, ਕਿਉਂਕਿ ਅਗਰ ਉਹ ਘਬਰਾ ਜਾਣਗੇ ਫਿਰ ਤਾਂ ਕੰਮ ਹੋਰ ਖਰਾਬ ਹੋਏਗਾ, है ना। तो इस करके उन्होंने अपना स्टेबल रह के पेपर अटैम्प्ट करना चाहिए। बिल्कुल, एक ਪ੍ਰੀਖਿਆ एक मौका है अपनी काबलियत दसन का, तो इस मौके ਨੂੰ ਅਸੀਂ ज़्यादा तो ज़्यादा लाभ ਲੈਣਾ ਹੈ। ਅਸੀਂ ਵਿਦਿਆਰਥੀਆਂ ਨੂੰ ਇਹੀ ਚੁਣੌਤੀ ਸਮਝ ਕੇ ਇਸ ਨੂੰ ਆਪਣਾ ਮੌਕਾ ਸਮਝ ਕੇ ਉਹਦਾ ਲਾਭ ਲੈਣ। ਤੇ ਡਾਕਟਰ ਗੌਤਮ, ਅੱਜ ਕੱਲ੍ਹ ਸਕੂਲਸ ਦੇ ਵਿੱਚ, ਜਿਵੇਂ ਤੁਸੀਂ ਸਕੂਲ ਦੇ ਪ੍ਰਿੰਸੀਪਲ ਔਰ ਸਕੂਲ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਯੋਜਨਾਵਾਂ ਜਾਂ ਇਸ ਤਰ੍ਹਾਂ ਦੀ ਵਿਉਂਤ ਹੁੰਦੀ ਹੈ ਕਿ ਵਿਦਿਆਰਥੀਆਂ ਨੂੰ ਪਲੇਗਰਾਊਂਡ 'ਚ ਵੀ ਲਿਜਾਇਆ ਜਾਵੇ, ਖੇਡ ਦੇ ਮੈਦਾਨ 'ਚ ਜਾਣ, ਥੋੜ੍ਹਾ ਜਿਹਾ ਉਸ ਕਿਤਾਬਾਂ ਤੋਂ ਥੋੜ੍ਹਾ ਮੁਕਤ ਹੋ ਕੇ ਥੋੜ੍ਹਾ ਸਮਾਂ ਬਿਤਾਉਣ। ਇਸ ਦੇ ਨਾਲ ਉਹਨਾਂ ਦੀ ਦਿਨਚਰਿਆ ਜਿਹੜੀ ਆ ਉਹਦੇ 'ਤੇ ਕੀ ਪ੍ਰਭਾਵ ਪੈਂਦਾ ਕਿ ਉਹ ਪੜ੍ਹਾਈ ਦੇ ਦੌਰਾਨ, ਪ੍ਰੀਖਿਆ ਦੇ ਦੌਰਾਨ ਤਾਂ ਚਲੋ ਬਾਅਦ ਦੀ ਗੱਲ ਹੈ, ਪੜ੍ਹਾਈ ਦੇ ਦੌਰਾन किस तरह ਉਹਨਾਂ ਨੂੰ एक रिलैक्स मिलता है ਇਹਦੇ 'ਚ? आज के समय में हमारे देश को ऐसे यूथ की ज़रूरत है जो शारीरिक रूप से स्वस्थ हों, मानसिक रूप से स्वस्थ हों, आध्यात्मिक रूप से स्वस्थ हों और सोशल एक्सेप्टेबिलिटी हो जिनमें, जो हर तरह की चैलेंजेज को फेस कर सके। तो जैसा आपने बताया, हमारी नवी शिक्षा प्रणाली में रोट लर्निंग को छोड़ करके क्रिएटिविटी की तरफ एक शिफ्ट है, मूवमेंट है। डेवलपिंग इनोवेशन, नई परिकल्पनाओं को डेवलप करने की तरफ शिफ्ट है। कंसेप्चुअल अंडरस्टैंडिंग की तरफ शिफ्ट है, ताकि बच्चों को रोट लर्निंग में रटने के अंदर बोझिल ना होना पड़े। बच्चों को गेमिफिकेशन, गेम्स एंड अ लार्ज नंबर ऑफ को एंड एक्स्ट्रा करिकुलर एक्टिविटीज ऑर्गेनाइज करके होलसम एजुकेशन सिस्टम की तरफ शिफ्ट है। ठीक है। आज हमारे देश को जरूरत है सर्वांगीण विकास से सुसज्जित युवाओं की, और ये तभी पॉसिबल है जबकि विद्यालय, जहां बच्चे अपने फॉर्मेटिव ईयर से होकर गुजर रहे हैं, उनको बुक्स के अलावा जो आउटसाइड वर्ल्ड है उससे जोड़ा जाए। हम उन्हें रियल लाइफ में किन चीजों की जरूरत पड़ने वाली है, किन स्किल्स की, किन रुचियों और अभिरुचियों की जरूरत पड़ने वाली है, उससे जोड़ा जाए। और इसके लिए जरूरत है कि विद्यालय नए नए को एंड एक्स्ट्रा करिकुलर एक्टिविटीज, जो एक्टिविटीज हैं उनको ऑर्गेनाइज करें, बच्चों को उसमें ट्रेन करें, ताकि बच्चों को
उसमें इंटरेस्ट भी लगेगा और वो तनाव से ऑटोमेटिकली दूर भी रहेंगे, और जब वो बड़े होंगे तो एक वेल राउंडेड पर्सनैलिटीज के रूप में उभर करके देश की सेवा करेंगे। हाँ, और सफलता ਦਾ ਵੀ ਪਤਾ ਲੱਗੇਗਾ ਉਹਨਾਂ ਨੂੰ ਕਿ ਦੋਨੋਂ ਜੀਵਨ ਦੇ ਆਧਾਰ ਨੇ, ਜੀਵਨ ਦੇ ਪੱਖ ਨੇ। ਵੈਸੇ ਵੀ NEP 2020 ਦਾ ਏਜੰਡਾ ਹੀ ਇਹ ਹੈ ਕਿ ਭਾਰਤ ਦੇ ਯੂਥ ਨੂੰ ਆਪਣੇ ਹੈਰੀਟੇਜ ਨਾਲ, ਕਲਚਰ ਦੇ ਨਾਲ ਜੋੜਨਾ, ਤਾਂ ਕਿ ਉਹ ਦੇਸ਼ ਛੋੜ ਕੇ ਬਾਹਰ ਨਾ ਜਾਣ ਤੇ ਆਪਣੇ ਦੇਸ਼ ਦੀ ਸੇਵਾ ਕਰਨ। ਬਿਲਕੁਲ। ਡਾਕਟਰ ਸੋਨੀਆ, ਅਸੀਂ ਜੇ ਗੱਲ ਕਰੀਏ ਪ੍ਰੀਖਿਆਵਾਂ ਦੇ ਦੌਰਾਨ ਸਾਨੂੰ ਵਿਦਿਆਰਥੀਆਂ ਨੂੰ ਕੋਈ ਡਿਸਟਰੈਕਸ਼ਨ ਨਾ, ਉਹਨਾਂ ਦੇ ਧਿਆਨ ਨਾ ਵੰਡਿਆ ਜਾਏ, ਉਹਨਾਂ ਦਾ ਫੋਕਸ ਆਪਣੇ ਪੜ੍ਹਨ ਤੇ ਰਹੇ, ਪਰ ਅੱਜ ਕੱਲ੍ਹ 'ਚ ਫਿਰ ਇੰਨਾ ਕੁਝ ਹੈ ਕਿ ਵਿਦਿਆਰਥੀਆਂ ਦੀ ਨਾ ਥੋੜ੍ਹੀ ਜਿਹੜਾ ਧਿਆਨ ਹੈ ਭਟਕਦਾ ਆ। ਉਸ ਪ੍ਰੀਖਿਆ ਦੇ ਦੌਰਾਨ ਉਹਨਾਂ ਦੀ ਡਿਸਟਰੈਕਸ਼ਨ ਨਾ ਹੋਵੇ, ਕਿਸ ਤਰ੍ਹਾਂ ਦੇ ਉਹ ਮਾਹੌਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? हाँ, जिस वेले वो घर च तैयारी कर रहे हो उस टाइम तो पेरेंट्स का रोल सामने आता है ना। उस टाइम टीचर्स तो उन्होंने कोल नहीं होंगे, पर पेरेंट्स नू पूरा सपोर्ट देना पएगा। बच्चे एजुकेशन का वो कुछ करते करते वो कुछ होर किते पहुँच जाते हैं, रील्स ते होर चीज़ां सोशल मीडिया ते ਉਹਦੇ ਵਿੱਚ ਰੁੱਝ ਜਾਂਦੇ ਆ, ਤੇ ਉਹਨਾਂ ਦਾ ਟਾਈਮ ਵੀ ਵੇਸਟ ਹੁੰਦਾ ਹੈ। ਤੇ ਉਹਨਾਂ ਨੂੰ ਪੇਰੈਂਟਸ ਨੂੰ ਹੀ ਗਾਈਡ ਕਰਨਾ ਪਏਗਾ ਕਿ ਇੱਕ ਲਿਮਿਟਿਡ ਟਾਈਮ ਲਈ ਉਹਨਾਂ ਨੂੰ ਫੋਨ ਦੇਣ ਉਸ ਟਾਈਮ ਤੇ, ਕਿਉਂਕਿ ਬੱਚੇ ਦੀ ਰਿਟਨ ਪ੍ਰੈਕਟਿਸ ਜਿੱਦਾਂ ਕਿ ਮੈਂ ਕਿਹਾ ਉਹ ਫੋਨ ਦੇ ਨਾਲ ਨਹੀਂ ਹੋ ਸਕਦੀ ਹੈ। ਰਾਈਟਿੰਗ ਸਕਿੱਲਸ ਵੀ ਅਫੈਕਟ ਹੋਣਗੀਆਂ, ਜਿੰਨਾ ਉਹ ਦੇਖ ਕੇ, ਸੁਣ ਕੇ, ਪੜ੍ਹਦੇ ਆ, ਚਲੋ ਠੀਕ ਹੈ, ਪਰ ਲਿਖਣਾ ਵੀ ਉਨਾ ਹੀ ਇੰਪੋਰਟੈਂਟ ਹੈ। ਲਿਖ ਕੇ ਪ੍ਰੈਕਟਿਸ ਕਰਨਗੇ ਤੇ ਉਹ ਆਪਣੇ ਆਪ ਹੀ ਮੋਬਾਈਲ ਵੱਲੋਂ ਉਹਨਾਂ ਦਾ ਧਿਆਨ ਥੋੜਾ ਜਿਹਾ ਘਟ ਵੀ ਜਾਏਗਾ, ਤੇ ਉਹਨਾਂ ਨੂੰ ਲਿਮਿਟਿਡ ਟਾਈਮ ਲਈ ਮੋਬਾਈਲ ਦੇਣਾ ਚਾਹੀਦਾ ਹੈ। ਔਰ ਇਸ ਸੰਬੰਧੀ ਸਕੂਲਸ ਦੇ ਵਿੱਚ ਵੀ ਗਾਹੇ ਬਗਾਹੇ ਅਧਿਆਪਕ ਜ਼ਰੂਰ ਉਹਨਾਂ ਨੂੰ ਅਗਾਹ ਕਰਦੇ ਹੋਣਗੇ ਕਿ ਤੁਸੀਂ ਫੋਨ ਦਾ ਜਾਂ ਸੋਸ਼ਲ ਮੀਡੀਆ ਦਾ ਜਾਂ ਹੋਰ ਜਿਹੜੇ ਸਾਡੇ ਡਿਸਟਰੈਕਸ਼ਨ ਵਾਲੇ ਥੋੜੇ ਜਿਹੇ ਪੁਆਇੰਟਸ ਨੇ ਉਹਦੇ ਬਾਰੇ ਜਾਣੂ ਕਰਾਉਂਦੇ ਰਹਿਣਗੇ। ਡਾਕਟਰ ਗੌਤਮ, ਸਟੂਡੈਂਟਸ ਦੀ, ਵਿਦਿਆਰਥੀਆਂ ਦੀ ਰੁਚੀ ਪੜ੍ਹਨ 'ਚ ਪੈਦਾ ਤਾਂ ਹੋ ਗਈ, ਉਹਨਾਂ ਨੇ ਐਗਜ਼ਾਮ ਵੀ ਦੇ ਲਿਆ, ਐਗਜ਼ਾਮ ਵੇਲੇ ਦਾ ਡਰ ਜਿਹੜਾ ਆ ਉਹ ਬੜਾ ਇੱਕ ਫੀਅਰ, ਬਹੁਤ ਪਹਿਲੇ ਜਿਵੇਂ ਪੇਪਰ ਦੇਣ ਜਾ ਰਿਹਾ, ਐਗਜ਼ਾਮ ਦੇਣ ਜਾ ਰਿਹਾ ਬੱਚਾ, ਉਸ ਵੇਲੇ ਉਹਦੇ ਅੰਦਰ ਜੋ ਤਣਾਅ ਹੈ ਉਹ ਇੱਕ ਬਹੁਤ ਹੀ ਮਹਿਸੂਸ ਕਰ ਸਕਦੇ ਹਾਂ ਅਸੀਂ ਵੀ, ਕਿਉਂਕਿ ਅਸੀਂ ਵੀ ਐਗਜ਼ਾਮ ਤੋਂ ਨਿਕਲੇ ਹੋਏ ਹਾਂ। ਉਹਨੂੰ ਦੂਰ ਕਰਨ ਵਾਸਤੇ ਵਿਦਿਆਰਥੀ ਆਪਣੇ ਆਪ ਨਾਲ ਕਿਸ ਤਰ੍ਹਾਂ ਦੀ ਪਹਿਲ ਕਦਮੀ करे कि ਉਹਨੂੰ ਇਹ प्रॉब्लम ना आए? विद्यार्थी इस परीक्षा के तनाव से दूर रहने के लिए पहले से ही अपना एक प्रॉपर टाइम टेबल बनाए, पढ़ाई का टाइम टेबल बनाए, टाइम मैनेजमेंट करे, और बुक्स को या स्टडी मटेरियल को प्रॉपर क्लासिफाइड करे कि मैंने इतना डेली पढ़ना है। हाँ। और उसको जैसा मैम ने भी सजेस्ट किया, समझ पर ज़्यादा जोर दे बजाय रटने के, क्योंकि जो रटने वाला तरीका है वो बोझिल होता है और वो कई दफ़ा परीक्षा में जाकर के बच्चे घबराहट में भूलने लगते हैं। इसलिए पेरेंट्स भी, टीचर्स भी बच्चों को ये प्रोत्साहित करें कि वो रटने की जगह कंसेप्चुअल अंडरस्टैंडिंग, उन संकल्पनाओं को आत्मसात करें, लिख करके देखें। बच्चे भी जो लर्निंग मटेरियल है उसको आत्मसात करके स्वयं लिखें और देखें, ताकि उनका तनाव भी दूर हो और उनमें अपने कॉन्फिडेंस पैदा हो, ताकि वो तनाव से दूर रहें। दूसरी बात जो अभी ये सोशल मीडिया एंड स्क्रीन टाइम की, प्राइम मिनिस्टर साहब ने ही एक बार ये बोला था इन वन ऑफ द इंटरेक्शंस कि रील देखने के अलावा बच्चों को हम सिखाएं कि उन्हें अपनी पूरी स्लीप करनी है। ਤੁਹਾਡੀ ਇਸ ਗੱਲਬਾਤ ਦੇ ਨਾਲ ਵਿਦਿਆਰਥੀਆਂ ਨੂੰ ਜ਼ਰੂਰ ਲਾਭ ਹੋਏਗਾ। ਔਰ ਪ੍ਰੀਖਿਆ ਪੇ ਚਰਚਾ ਜੋ ਹੈ ਉਹ ਪ੍ਰਧਾਨ ਮੰਤਰੀ ਦਾ ਬਹੁਤ ਵਧੀਆ ਇੱਕ ਮਿਸ਼ਨ ਹੈ ਜੋ ਵਿਦਿਆਰਥੀਆਂ ਨੂੰ ਜਾਗਰੂਕ ਕਰੇਗਾ। ਔਰ ਅੱਜ ਤੁਸੀਂ ਇਸ ਪ੍ਰੋਗਰਾਮ ਦੇ ਦੌਰਾਨ ਵੀ ਜਾਗਰੂਕ ਕੀਤਾ ਵਿਦਿਆਰਥੀਆਂ ਨੂੰ। ਡਾਕਟਰ ਸੋਨੀਆ ਮਾਂਗੋ, ਡਾਕਟਰ SK ਗੌਤਮ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਟੂਡੀਓ 'ਚ ਆਏ ਔਰ ਵਿਦਿਆਰਥੀਆਂ ਨੂੰ ਇਸ ਦੇ ਬਾਰੇ, ਪ੍ਰੀਖਿਆਰਥੀਆਂ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਔਰ ਪ੍ਰੀਖਿਆ ਪੇ ਚਰਚਾ ਬਾਰੇ ਗੱਲਬਾਤ ਕੀਤੀ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਧੰਨਵਾਦ।